डेली पोस्ट पंजाबी देख रहे दर्शकों का स्वागत है। मैं हाँ अनुराग शर्मा। दोस्तों, जिस तरह के विजय दिवस यानी कि 26 जुलाई को मनाया जाता है कारगिल की याद ਦੇ ਜਦੋਂ कि इंडियन आर्मी ने पाकिस्तान आर्मी ਨੂੰ हरा के ਭਜਾਇਆ ਸੀ, क्योंकि ਉਹਨਾਂ ਵੱਲੋਂ टाइगर हिल ਤੇ ਜਿਹੜਾ ਹੈ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। और उस ਥਾਂ ਦੇ ਉੱਤੇ क्योंकि ਉੱਥੇ ਪਹਾੜੀਆਂ ਜਿਹੜੀ टाइगर हिल ਸੀ बहुत ਉੱਚੀ ਸੀ, इंडियन आर्मी ਦਾ ਬੇਸ ਨੀਚੇ ਸੀ, ਇੱਕ ਜਿਹੜਾ ਪੁਲ ਸੀ ਉਹ ਨਿਕਲਦਾ ਸੀ, ਉਸ ਤੋਂ ਹੀ ਰਸਦ ਪਹੁੰਚਦੀ ਸੀ ਤੇ ਗੋਲਾ ਬਾਰੂਦ ਜਿਹੜਾ ਹੈ ਇੰਡੀਅਨ ਆਰਮੀ ਤੱਕ ਪਹੁੰਚਦਾ ਸੀ। ਸੋ ਉਹਨਾਂ ਦਾ ਨਿਸ਼ਾਨਾ ਸੀ ਕਿ ਉਸ ਪੁਲ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਜੋ ਉਹ ਕਾਬਜ਼ ਹੋ ਸਕਣ। ਪਰ ਇੰਡੀਅਨ ਆਰਮੀ ਦੇ ਵੀਰ ਯੋਧਿਆਂ ਨੇ, ਭਾਰਤ ਦੇਸ਼ ਦੇ ਸਪੂਤਾਂ ਨੇ ਉਹਨਾਂ ਨੂੰ ਲੋਹਾ ਮਨਵਾਇਆ ਤੇ ਭਜਾਇਆ। ਪਰ ਉਸ ਚੀਜ਼ ਨੂੰ ਅੱਜ ਵੀ ਯਾਦ ਕੀਤਾ ਜਾਂਦਾ, ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ। ਪਰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕਿਸ ਤਰ੍ਹਾਂ ਉੱਥੇ ਘਾਲਣਾ ਗਲੀ ਤੇ ਕਿਸ ਤਰ੍ਹਾਂ ਯੋਧਿਆਂ ਨੇ ਉਹਨਾਂ ਨੂੰ ਹਰਾ ਕੇ ਭਜਾਇਆ ਤੇ ਕੀ ਉੱਥੇ ਘਟਿਆ। ਇਸ ਲਈ ਸਾਡੇ ਨਾਲ ਅੱਜ ਮੌਜੂਦ ਨੇ ਜਿਨ੍ਹਾਂ ਨੇ ਉਸ ਕਾਰਗਿਲ ਦੇ ਯੁੱਧ ਦੇ ਵਿੱਚ ਆਪਣੀ ਛਾਤੀ ਤੇ ਆਪਣੇ ਸਰੀਰ ਦੇ ਉੱਤੇ 4 ਗੋਲੀਆਂ ਵੀ ਖਾਈਆਂ, ਪਰ ਉਹਨਾਂ ਦੇ ਜਰਨਲ ਸ਼ੇਰ ਖਾਨ ਨੂੰ ਮਾਰ ਮੁਕਾਇਆ। ਕਿਉਂਕਿ ਇੰਡੀਅਨ ਆਰਮੀ ਦੇ ਵਿੱਚ ਜਦੋਂ ਸਿੱਖ ਰੈਜੀਮੈਂਟ 8 ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਛੱਡਦੀ ਹੈ ਤੇ ਦੁਸ਼ਮਣ ਵੈਸੇ ਹੀ ਦਹਿਲ ਜਾਂਦਾ। ਸੋ ਸਾਡੇ ਨਾਲ ਮੌਜੂਦ ਨੇ ਇਸ ਵਕਤ ਪੰਜਾਬ ਪੁਲਿਸ ਦੇ ਵਿੱਚ ਸੇਵਾ ਨਿਭਾ ਰਹੇ ASI ਸਤਪਾਲ ਸਿੰਘ ਸਰ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਮੈਂ ਸਿੱਧਾ ਹੀ ਗੱਲ ਕਰਨਾ ਚਾਹਾਂ ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਹੋਰ ਬੜੀ ਰੁਝੇਵੇਂ ਨੇ ਇੰਡੀਅਨ ਆਰਮੀ ਦੇ ਸ਼ੌਰਯ ਬਾਰੇ, ਉਹਨਾਂ ਦੀ ਵੀਰਤਾ ਬਾਰੇ ਉਹਨਾਂ ਨੂੰ ਹਜੇ ਜਾਣਕਾਰੀ ਘੱਟ ਹੈ। ਤੇ ਆਪਾਂ ਸਭ ਤੋਂ ਪਹਿਲਾਂ ਉਸ ਘਟਨਾਕ੍ਰਮ ਦੀ ਗੱਲ ਕਰਦੇ ਹਾਂ ਜੋ ਅੱਜ ਵੀ ਸਾਡੇ ਦੇਸ਼ ਲਈ ਗਰਵ ਦੀ ਗੱਲ ਹੈ ਕਿ ਕਾਰਗਿਲ ਯੁੱਧ ਦੇ ਵਿੱਚ ਕਿਸ ਤਰ੍ਹਾਂ ਤੁਹਾਡੇ ਵਰਗੇ ਯੋਧਿਆਂ ਨੇ ਮੇਰੇ ਖਿਆਲ 40-45 ਬੰਦਿਆਂ ਨੇ ਜਿਹੜਾ ਹੈ ਉਹਨਾਂ ਨੂੰ ਹਰਾ ਕੇ ਭਜਾਇਆ। ਉਸ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ। ਠੀਕ ਜੀ, ਇਹ ਕਾਰਗਿਲ ਯੁੱਧ ਇਹ ਜੁਲਾਈ ਦੀ ਜਿਹੜੀ ਘਟਨਾ ਹੈ ਬਹੁਤ ਹੀ ਭਿਆਨਕ ਘਟਨਾ ਹੈ। ਸਾਡੀ ਰੈਜੀਮੈਂਟ 8 ਸਿੱਖ ਰੈਜੀਮੈਂਟ ਬਟਾਲੀਅਨ ਦੇ ਕੁਝ ਕੁ ਜਵਾਨ ਜਿਵੇਂ ਕਿ ਜਿਨ੍ਹਾਂ ਨੇ ਇਹ ਮਿਸ਼ਨ ਫਤਿਹ ਕੀਤਾ, ਸਾਡੇ ਨਾਲ ਕਮਾਂਡਰ ਸਾਡੇ ਬ੍ਰਿਗੇਡੀਅਰ MPS ਬਾਜਵਾ ਜੋ ਕਮਾਂਡ ਕਰ ਰਹੇ ਸੀ ਉਹਨਾਂ ਨੇ ਬਹੁਤ ਵਧੀਆ ਕਮਾਂਡ ਕੀਤੀ ਔਰ ਬਹੁਤ ਵਧੀਆ ਲੜਾਈ ਇਹ, ਜਿਹਦੇ ਕਾਰਨ ਅਸੀਂ ਮਤਲਬ ਕਿ ਪਾਕਿਸਤਾਨ ਨੂੰ ਲੋਹਾ ਮਨਾਇਆ। ਸਾਡੀ ਜਿਹੜੀ ਕਿ ਨਫਰੀ ਸੀਗੀ 2 ਅਫਸਰ ਘਾਤਕ ਪਲਟੂਨ, 2 ਅਫਸਰ, 4 JCO, 46 ਕੁਵਾਰ ਸੀਗੇ। ਅਸੀਂ ਕਬਜ਼ਾ ਕਰ ਲਿਆ ਸੀਗਾ ਟਾਈਗਰ ਹਿਲ ਤੇ, ਜਿਹੜਾ ਕਿ ਸਾਡੇ ਤੇ ਕਾਊਂਟਰ ਅਟੈਕ ਆਇਆ 5-6 ਹਜ਼ਾਰ ਦੀ ਨਫਰੀ ਦੇ ਵਿੱਚ। 2 ਅਫਸਰ ਕੈਪਟਨ ਕਰਨੈਲ ਸ਼ੇਰ ਖਾਨ ਤੇ ਮੇਜਰ ਕਬਾਲ ਜਿਹੜੀ ਕਿ ਕਮਾਂਡ ਕਰ ਰਹੇ ਸੀਗੇ, ਬਹੁਤ ਤਗੜੇ ਅਫਸਰ ਸੀਗੇ। 3 ਵਾਰ ਉਹਨਾਂ ਦਾ ਕਾਊਂਟਰ ਅਟੈਕ ਫੇਲ ਕਰਨ ਦੇ ਬਾਵਜੂਦ ਉਹ ਸਾਡੇ ਤੇ ਅਟੈਕ ਕਰਦੇ ਰਹੇ, ਜਿਹਦੇ ਵਿੱਚ ਇਹ 45-50 ਮਿੰਟ ਸਾਡਾ ਇੰਨਾ ਮਤਲਬ ਗੁੱਥਮ ਗੁੱਥਾ ਲੜਾਈ ਚੱਲੀ ਉਹਨਾਂ ਦੇ ਨਾਲ, ਘਮਸਾਨ ਯੁੱਧ ਚੱਲਿਆ। ਜਦੋਂ ਕਿ ਉਹਨਾਂ ਨੇ ਸਾਡੇ ਇੱਕ ਨਾਇਬ ਸੂਬੇਦਾਰ ਕਰਨੈਲ ਸਿੰਘ ਤੇ ਉਹਨਾਂ ਸਾਡੇ ਸਾਥੀਆਂ ਨੂੰ ਮਾਰਿਆ। ਮੈਂ ਦੇਖ ਰਿਹਾ ਸੀਗਾ, ਮੇਰੇ ਸਾਹਮਣੇ ਇਹਦਾ ਇਹ ਹਾਦਸਾ ਸੀਗਾ। ਮੈਂ ਉਸ ਟਾਈਮ ਨਹੀਂ ਸੀ ਪਤਾ ਕਿ ਉਹਨਾਂ ਦਾ ਅਫਸਰ ਹੈ ਪਾਕਿਸਤਾਨ ਆਰਮੀ ਦਾ, ਇਹ ਤਾਂ ਬਾਅਦ ਵਿੱਚ ਪ੍ਰੂਫ ਹੋਇਆ। ਮੈਂ ਆਪਦਾ ਹਥਿਆਰ ਲੈ ਕੇ ਉੱਤੇ ਸ਼ੇਰ ਦੀ ਤਰ੍ਹਾਂ ਟੁੱਟ ਪਿਆ ਅਤੇ ਸਾਡੀ ਗੁੱਥਮ ਗੁੱਥਾ ਲੜਾਈ ਹੋਈ। 5-6 ਮਿੰਟ ਜੱਦੋ ਜਹਿਦ ਹੋਣ ਦੇ ਬਾਵਜੂਦ ਉਹਨੂੰ ਮੈਂ ਮਾਰ ਮੁਕਾਇਆ। ਨਾਲ ਉਹਦੇ ਸਾਥੀ, ਉਹਦੇ ਆਪਰੇਟਰ, ਉਹਦਾ 2 ਗਨਮੈਨ, 4 ਦਾ ਹਥਿਆਰ ਵੀ ਆਪਦੇ ਕਬਜ਼ੇ 'ਚ ਲੈ ਲਏ। ਤੇ ਉਸੇ ਦੌਰਾਨ ਮੇਰੇ ਇੱਕ AK-47 ਦਾ ਬਰੈਸਟ ਲੱਗਿਆ, ਮੋਢੇ 'ਚ ਗੋਲੀ, ਗੋਡੇ 'ਚ ਤੇ ਛਾਤੀ 'ਚ। ਮੈਂ ਜ਼ਖਮੀ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਹਥਿਆਰ ਆਪਦੇ ਕਬਜ਼ੇ 'ਚ ਲੈ ਲਏ। ਤੇ ਇਸ ਦੌਰਾਨ ਸਾਡਾ 45-50 ਮਿੰਟ ਗੁੱਥਮ ਗੁੱਥਾ ਲੜਾਈ ਚੱਲਦੀ ਰਹੀ। ਉੱਪਰੋਂ ਪੋਸਟਾਂ ਆਉਣ ਤੋਂ ਪਾਕਿਸਤਾਨ ਦਾ ਫਾਇਰ ਬਹੁਤ ਜ਼ਿਆਦਾ ਆ ਰਿਹਾ ਸੀਗਾ, ਫਿਰ ਵੀ ਅਸੀਂ ਆਪਣਾ ਹੌਸਲਾ ਨਹੀਂ ਹਾਰਿਆ। ਜਦੋਂ ਉਹਨਾਂ ਦੇ 2 ਅਫਸਰ ਮੇਜਰ ਕਬਾਲ, ਕੈਪਟਨ ਇਹ ਕਰਨੈਲ ਸ਼ੇਰ ਖਾਨ ਜਿਹਨੂੰ ਕਿ ਮੈਂ ਮਾਰਿਆ, ਔਰ ਇੱਕ ਹੋਰ ਸੀਗਾ ਨਵਾਂ ਕੈਪਟਨ ਹਮੀਦ ਜਿਹਦਾ ਕੋਈ ਜ਼ਿਕਰ ਨਹੀਂ ਹੈਗਾ ਕਿਉਂਕਿ ਉਹਦੇ ਕੋਈ ਪ੍ਰੂਫ ਨਹੀਂ ਸੀ ਮਿਲਿਆ, ਮਾਰੇ ਗਏ। ਫਿਰ ਉਹਨਾਂ ਦੀ ਆਰਮੀ ਨਹੀਂ ਖੜੀ, ਫਿਰ ਉਹਨਾਂ ਨੇ ਭੱਜਣਾ ਸ਼ੁਰੂ ਕਰਤਾ। ਉਸੇ ਤਕਰੀਬਨ 45-50 ਮਿੰਟ ਦੀ ਲੜਾਈ 'ਚ ਸਾਡੇ 3 JCO, 15 over 18 ਸ਼ਹੀਦ ਹੋ ਗਏ ਸੀ। ਬਾਕੀ ਜਿਹੜੇ ਸੀਗੇ ਅਸੀਂ ਸਾਰੇ ਹੀ ਜ਼ਖਮੀ ਸੀ। ਕਿਸੇ ਦੀ ਲੱਤ ਤੇ ਲੱਗੀ ਹੋਈ, ਕਿਸੇ ਦੀ ਬਾਂਹ ਤੇ, ਕਿਸੇ ਦੀ ਲੱਤ ਕੱਟੀ ਗਈ, ਕਿਸੇ ਦੀ ਬਾਂਹ। ਔਰ ਉਹਨਾਂ ਦੇ ਅਸੀਂ 85 ਬੰਦੇ ਮਾਰ ਲਏ ਸੀਗੇ ਪਾਕਿਸਤਾਨ ਆਰਮੀ ਦੇ। ਮਤਲਬ ਜਿਸ ਗੱਲ ਨੂੰ ਸੁਣ ਕੇ ਹੀ ਰੌਂਗਟੇ ਖੜੇ ਹੋ ਜਾਂਦੇ ਆ ਕਿ ਕਿਸ ਤਰ੍ਹਾਂ ਸ਼ੇਰ ਦੀ ਤਰ੍ਹਾਂ ਇਹ ਉਸ ਤੇ ਟੁੱਟ ਪਏ, ਕਿਉਂਕਿ ਇਹਨਾਂ ਦੇ ਨਾਲ ਦੇ ਸਾਥੀਆਂ ਨੂੰ ਉਹਨਾਂ ਵੱਲੋਂ ਮਾਰਿਆ ਜਾ ਰਿਹਾ ਸੀ। ਔਰ ਫਿਰ ਉਸ ਵਿਅਕਤੀ ਨੂੰ ਮਾਰ ਮੁਕਾਇਆ ਜਿਸ ਦੇ ਸਿਰ ਤੇ ਉਹ ਸਾਰਾ ਜਿਹੜਾ ਕਾਊਂਟਰ ਅਟੈਕ ਕੀਤੇ ਜਾ ਰਹੇ ਸੀ, ਕਿਉਂਕਿ ਜਿਹੜਾ ਆਰਮੀ ਦੇ ਵਿੱਚ ਮੁੱਖ ਹੁੰਦਾ ਉਹੀ ਸਾਰੀ ਕਮਾਂਡ ਕਰ ਰਿਹਾ ਹੁੰਦਾ। ਸੋ ਇਹਨਾਂ ਦਾ ਹੌਸਲਾ ਉਸ ਵਕਤ ਕੀ ਹੋਣਾ।
ਉਸ ਤੋਂ ਬਾਅਦ ਜੇਕਰ ਆਪਣੇ ਜਿਹੜੇ ਇਹਨਾਂ ਦੇ ਸਾਥੀ ਸਨ ਉਹ ਜ਼ਖਮੀ ਸੀ, ਇਹਨਾਂ ਦੇ ਖੁਦ ਗੋਲੀਆਂ ਲੱਗੀਆਂ ਹੋਈਆਂ ਸਨ, ਉਸ ਤੋਂ ਬਾਅਦ ਵੀ ਜਿਹੜਾ ਜਜ਼ਬਾ ਹੁੰਦਾ ਉਸੇ ਨੂੰ ਇੰਡੀਅਨ ਆਰਮੀ ਕਿਹਾ ਜਾਂਦਾ। ਸੋ ਉਸ ਜਜ਼ਬੇ ਦੇ ਨਾਲ ਇਹਨਾਂ ਨੇ ਫਾਈਟ ਕੀਤੀ ਔਰ ਭੱਜਣ ਲਈ ਮਜਬੂਰ ਕਰ ਦਿੱਤੇ। ਸੋ ਤੁਹਾਨੂੰ ਦੱਸ ਦਈਏ ਕਿ ਇਸੇ ਹੌਸਲੇ ਦੇ ਨਾਲ, ਇਸੇ ਦਲੇਰੀ ਕਰਕੇ, ਇਸੇ ਦੇਸ਼ ਭਗਤੀ ਦੀ ਭਾਵਨਾ ਕਰਕੇ ਇਹਨਾਂ ਨੂੰ ਵੀਰ ਚੱਕਰ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ। ਸੋ ਉਸ ਦੇ ਬਾਰੇ ਵੀ ਗੱਲ ਕਰਾਂਗੇ, ਪਰ ਗੱਲ ਕਰਦੇ ਹਾਂ ਪਹਿਲਾਂ ਉਸ ਅਟੈਕ ਦੀ ਜਿਸ ਦਾ ਇਹਨਾਂ ਨੇ, ਇਹ ਚਸ਼ਮਦੀਦ ਨੇ ਜਿਸ ਨੂੰ ਇਹਨਾਂ ਨੇ ਹੰਡਾਇਆ, ਜਿਸ ਦੇ ਵਿੱਚ ਇਹਨਾਂ ਨੇ ਆਪਣਾ ਯੋਗਦਾਨ ਦਿੱਤਾ। ਸੋ ਸਰ, ਜਦੋਂ ਤੁਹਾਡੇ 4 ਗੋਲੀਆਂ ਲੱਗ ਗਈਆਂ, ਤੁਸੀਂ ਜ਼ਖਮੀ ਹੋਏ, ਆਲੇ ਦਾਲੇ ਖੂਨੋ ਖੂਨ, ਤੁਹਾਡੇ ਸਾਥੀ ਵੀ ਜ਼ਖਮੀ ਹੋਏ, ਤੇ ਉਸ ਟਾਈਮ ਕੀ ਬੰਦੇ ਦੇ ਮਨ ਤੇ ਵਿਚਾਰ ਹੀ ਹੁੰਦੀ ਹੈ? ਇੱਕ ਬਹਾਦਰੀ ਦਾ ਜਜ਼ਬਾ ਤਾਂ ਸੀ, ਪਰ ਕਿਉਂਕਿ ਜਿਹੜੀ ਤੁਹਾਡੇ ਕੋਲ ਮੈਨੂੰ ਲੱਗਦਾ ਸੇਵਾ ਪਹੁੰਚਣੀ ਸੀ ਜਾਂ ਜ਼ਖਮੀਆਂ ਨੂੰ ਚੱਕਣ ਵਾਸਤੇ ਟਾਈਮ ਬਹੁਤ ਜ਼ਿਆਦਾ ਲੱਗਣਾ ਸੀ, ਉਸ ਵਕਤ ਕੀ ਜਜ਼ਬਾ ਸੀ? ਉਹ ਇੱਕ ਟਾਈਮ ਇਹੋ ਜਿਹਾ ਭਿਆਨਕ ਟਾਈਮ ਹੁੰਦਾ ਹੈ ਜੀ, ਜਦੋਂ ਬੰਦਾ ਕੋਈ ਵੀ ਮੁਸੀਬਤ ਦੇ ਵਿੱਚ ਫਸ ਜਾਂਦਾ, ਉਹਦੇ ਮਨ ਦੇ ਵਿੱਚ ਕੋਈ ਹੀ ਸੋਚ ਹੁੰਦੀ ਆ ਵੀ ਚੱਲ ਵੀ ਤੂੰ ਤਾਂ ਹੁਣ ਫਸਿਆ, ਪਤਾ ਨਹੀਂ ਬਚਣਾ ਕਿ ਨਹੀਂ ਬਚਣਾ, ਮਰਨਾ ਹੀ ਮਰਨਾ, ਵੀ ਕਿਉਂ ਨਾ ਜੋ ਵੀ ਹੋ ਸਕੇ ਹੁਣ ਕਰ ਲਾ। ਉਹ ਇਹ ਸੋਚ ਕੇ ਅਗਰ ਆਪਦਾ ਹੌਸਲਾ ਰੱਖਦਾ ਵੀ ਮੈਂ ਹੁਣ ਮਰਨਾ ਹੀ ਮਰਨਾ, ਮੈਂ ਅਗਰ ਕੁਝ ਕਰ ਸਕਦਾ ਤੇ ਕਰ ਲਾਂ, ਉਹਦੇ ਵਿੱਚ ਹੀ ਉਹਦੀ ਫਤਿਹ ਹੁੰਦੀ ਆ। ਕੁਛ ਸਾਡੇ ਗੁਰੂਆਂ ਦੀ ਦੇਣ ਆ ਇਹ, ਜਕਾਰਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਜਦੋਂ ਅਸੀਂ ਇਹ ਬੁਲਾਇਆ, ਇਹੋ ਜਿਹੀ ਗੂੰਜ ਨਿਕਲਦੀ ਹੈ ਕਿ ਇਹ ਮੁਸਲਮਾਨ ਕੌਮ ਪਾਕਿਸਤਾਨ ਦੀ ਇਹ ਜਕਾਰੇ ਤੋਂ ਤਾਂ ਐਂ ਘਬਰਾ ਜਾਂਦੀ ਆ, ਉਹਨੂੰ ਐਂ ਲੱਗਦਾ ਪਤਾ ਨਹੀਂ ਕਿੰਨੇ ਕੁ ਇਹ ਸਿੱਖ, ਕਿੰਨੀ ਕੁ ਤਕੜੀ ਪਾਰਟੀ ਆ ਇਹ, ਉਹਨਾਂ ਦੇ ਵਿੱਚ ਹਫੜਾ ਦਫੜੀ ਮੱਚ ਜਾਂਦੀ ਹੈ। ਇਹਨਾਂ ਜਕਾਰਿਆਂ ਦੀ ਵਜ੍ਹਾ ਨਾਲ ਹੀ ਉਹ ਘਬਰਾ ਗਏ, ਉਹਨਾਂ ਨੂੰ ਐਂ ਲੱਗਿਆ ਪਤਾ ਨਹੀਂ ਇਹ 8 ਸਿੱਖ ਦੇ ਜਵਾਨ ਕਿੰਨੇ ਕੁ ਹੈ। ਸਾਰੇ ਅਸੀਂ 46 52 4 2 ਅਫਸਰ 4 ਜੇ ਸੀ, ਉਹ 46 ਕੁ ਵਾਰ ਸੀਗੇ। ਆਹ ਜਕਾਰਿਆਂ ਦੇ ਨਾਲ ਅਸੀਂ ਜ਼ਿਆਦਾ ਮਤਲਬ ਗੁੱਥੋਂ ਗੁੱਥਾ ਲੜਾਈ ਕਰਕੇ ਅਸੀਂ ਉਹਨਾਂ ਤੋਂ ਫਤਿਹ ਹਾਸਲ ਕੀਤੀ। ਮਤਲਬ ਫਾਇਰਿੰਗ ਨਹੀਂ ਹੋ ਰਹੀ ਸੀ, ਆਮਣੇ ਸਾਹਮਣੇ ਦੀ ਲੜਾਈ ਨਹੀਂ ਹੋ ਰਹੀ ਸੀ, ਫਾਇਰਿੰਗ ਉੱਪਰੋਂ ਚੱਲ ਰਹੀ ਸੀ, ਪਰ ਜਿਹੜੇ ਤੁਸੀਂ ਉੱਥੇ 50 52 ਲੋਕ ਸਿੱਧਾ ਉਹਨਾਂ ਦੇ ਨਾਲ ਹੱਥੋਂ ਪਾਈ ਕਰ ਰਹੇ ਸੀ। ਗੁੱਥਾ ਲੜਾਈ ਹੋਈ ਸਾਡੀ, ਗੁੱਥੋਂ ਗੁੱਥਾ ਲੜਾਈ, ਹੱਥੋਂ ਪਾਈ, ਗਾਲੀ ਗਲੋਚ ਹੋਈ। ਸਾਲ ਸਿੱਖੋ ਤੁਸੀਂ ਇੱਥੇ ਕੀ ਲੈਣ ਆਏ, ਅਸੀਂ ਉਹਨਾਂ ਨੂੰ ਮੁਸਲਮਾਨ ਸੁੱਲੇ, ਕਾਫੀ ਜ਼ਿਆਦਾ ਮਤਲਬ ਕਿ ਜਿਵੇਂ ਆਪਾਂ ਗੁੱਸੇ 'ਚ ਜੋ ਬੋਲਦੇ ਆ ਸਾਰਾ ਕੁਝ ਬੋਲਿਆ ਉਹਨਾਂ ਨੇ ਸਾਨੂੰ, ਅਸੀਂ ਉਹਨਾਂ ਨੂੰ। ਤਾਂ ਇਸੇ ਦੌਰਾਨ ਤਕਰੀਬਨ 40 50 ਮਿੰਟ ਦੇ ਵਿੱਚ ਉਹਨਾਂ ਦੇ ਜਦੋਂ ਅਫਸਰ ਮਾਰੇ ਗਏ, 3 ਅਫਸਰ, ਫਿਰ ਉਹਨਾਂ ਨੇ ਭੱਜਣਾ ਸ਼ੁਰੂ ਕਰਤਾ। ਫਿਰ ਉਹ ਨਹੀਂ ਖੜਦੇ। ਪਾਕਿਸਤਾਨ ਕਿਸੇ ਦੀ ਕਹਾਵਤ ਆ ਵੀ ਪਾਕਿਸਤਾਨ ਦਾ ਅਫਸਰ ਤੇ ਇੰਡੀਅਨ ਆਰਮੀ ਅਗਰ ਇਕੱਠੀ ਹੋ ਜੇ ਤਾਂ ਵਰਲਡ ਦੀ ਲੜਾਈ ਜਿੱਤ ਸਕਦੇ ਆ। ਵਾਕਿਆ ਉਹਨਾਂ ਦੇ ਫਿਰ ਉਹ ਜਿਹੜਾ ਕੈਪਟਨ ਕਰਨੈਲ ਸ਼ੇਰ ਖਾਨ ਨੂੰ ਮੈਂ ਮਾਰਿਆ ਸੀਗਾ, ਬ੍ਰਿਗੇਡੀਅਰ MPS ਬਾਜਵਾ ਨੇ ਉਹਦੀ ਜੇਬ 'ਚ ਪਰਚੀ ਪਾ ਕੇ ਉਹਨਾਂ ਨੂੰ ਨਿਸ਼ਾਨੇ ਹੈਦਰ ਅਵਾਰਡ ਦਵਾਇਆ ਵੀ ਤਗੜਾ ਅਫਸਰ ਸੀ। ਇਹਦੀ ਵਜ੍ਹਾ ਨਾਲ 3 ਵਾਰ ਇਹ ਕਾਊਂਟਰ ਅਟੈਕ ਕਰਿਆ ਇਹਨਾਂ ਨੇ, ਤੇ 3 ਵਾਰ ਅਸੀਂ ਇਹਨਾਂ ਨੂੰ ਖਦੇੜਦੇ ਰਹੇ, ਫਿਰ ਦੁਬਾਰਾ ਕਰਦੇ ਰਹੇ, ਫਿਰ ਖਦੇੜਦੇ, ਫਿਰ ਦੁਬਾਰਾ। ਜਦੋਂ ਉਹ ਮਾਰੇ ਗਏ 2 ਅਫਸਰ ਉਹਨਾਂ ਦੇ, ਫਿਰ ਉਹਨਾਂ ਨੇ ਭੱਜਣਾ ਸ਼ੁਰੂ ਕੀਤਾ। ਉਹ ਪਰਚੀ ਉਹਦੀ ਕੈਪਟਨ ਕਰਨੈਲ ਸ਼ੇਰ ਖਾਨ ਦੀ ਜੇਬ 'ਚ ਬ੍ਰਿਗੇਡੀਅਰ ਬਾਜਵਾ ਨੇ ਪਾਈ ਸੀ, ਜਿਹਦੇ ਕਾਰਨ ਉਹਨੂੰ ਨਿਸ਼ਾਨੇ ਹੈਦਰ ਅਵਾਰਡ ਮਿਲਿਆ ਪਾਕਿਸਤਾਨ ਵੱਲ। ਮਤਲਬ ਕਿ ਬਹਾਦਰੀ ਦੀ ਤਾਰੀਫ ਹੋਈ, ਚਾਹੇ ਉਧਰ ਦੇ ਬਹਾਦਰ ਸੀ ਚਾਹੇ ਇੱਧਰ ਦੇ ਬਹਾਦਰ ਸੀ। ਸੋ ਇਹਨਾਂ ਦੇ ਜਜ਼ਬੇ ਨੂੰ ਸਲਾਮ ਹੈ, ਕਿਉਂਕਿ ਉਸ ਵਕਤ ਸਿਰਫ ਔਰ ਸਿਰਫ ਇੱਕੋ ਚੀਜ਼ ਸਾਹਮਣੇ ਹੁੰਦੀ ਹੈ ਕਿ ਇਹ ਮੇਰੇ ਦੇਸ਼ ਦੀ ਸਰਹੱਦ ਦੇ ਵਿੱਚ ਵੜ ਕਿਸ ਤਰ੍ਹਾਂ ਗਿਆ, ਔਰ ਇਸ ਨੂੰ ਕਿਸੇ ਵੀ ਤਰ੍ਹਾਂ ਚਾਹੇ ਮੈਂ ਮਰ ਜਾ ਪਰ ਇਸ ਨੂੰ ਮਾਰ ਕੇ ਮੁਕਾ ਕੇ ਹੀ ਜਾਵਾਂਗਾ। ਸੋ ਤੁਸੀਂ ਸੁਣ ਰਹੇ ਹੋ ਕਿ 52 ਲੋਕ, 52 ਸੈਨਿਕ ਉਹਨਾਂ ਦੇ 4-5 ਹਜ਼ਾਰ ਲੋਕਾਂ ਦੇ ਨਾਲ ਲੜ ਰਹੇ ਹੈ, ਔਰ ਹਥਿਆਰਬੰਦ ਲੋਕ ਉੱਪਰ ਖੜੇ ਹੈ, ਨੀਚੇ ਇੱਕ ਜਿਸ ਤਰ੍ਹਾਂ ਕਿ ਪਹਾੜਾਂ ਦੇ ਵਿੱਚ ਥਾਂ ਬਣੀ ਹੁੰਦੀ ਹੈ ਉਸ ਦੇ ਵਿੱਚ ਹੱਥੋਂ ਪਾਈ ਚੱਲ ਰਹੀ ਹੈ। ਉਸ ਦੇ ਵਿੱਚ ਵੀ ਸਤਪਾਲ ਜੀ ਵੱਲੋਂ ਸ਼ੇਰ ਖਾਨ ਜੋ ਕਿ ਉਹਨਾਂ ਦਾ ਬਹੁਤ ਕਾਬਿਲ ਅਫਸਰ ਸੀ, ਉਸ ਨੂੰ ਹੱਥਾਂ ਦੇ ਨਾਲ ਹੀ ਜਿਹੜਾ ਮਾਰ ਮੁਕਾਇਆ ਤੇ ਉਹਨਾਂ ਦੀ ਆਰਮੀ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ। ਸੋ ਅਜਿਹੇ ਜਾਂਬਾਜ਼ ਸਿਪਾਹੀ ਨੂੰ ਜਿਹੜਾ ਹੈ ਮੈਡਲ ਤਾਂ ਬਣਦਾ ਹੀ ਸੀ, ਫਿਰ ਵੀਰ ਚੱਕਰ ਨਾਲ ਵੀ ਜਿਹੜਾ ਹੈ ਸਨਮਾਨਿਤ ਕੀਤਾ ਜਾਂਦਾ। ਸੋ ਜਿਸ ਤਰ੍ਹਾਂ ਤੁਹਾਨੂੰ ਸਨਮਾਨ ਦੇ ਲਈ ਬੁਲਾਇਆ ਗਿਆ, ਕਿਉਂਕਿ ਪ੍ਰੋਟੋਕੋਲ ਦੇ ਅਕੋਰਡਿੰਗ ਤੁਹਾਨੂੰ ਕੋਈ ਲੈਟਰ ਕੱਢੀ ਹੋਣੀ ਜਾਂ ਕਾਲ ਆਈ ਹੋਣੀ, ਉਸ ਵਕਤ ਕੀ ਮਹਿਸੂਸ ਹੁੰਦਾ? ਕਿਉਂਕਿ ਇੱਕ ਬੜਾ ਵੱਡਾ ਤੁਸੀਂ ਬਲਿਦਾਨ ਦੇ ਕੇ ਜਿਹੜਾ ਘਰ ਵਾਪਸੀ ਹੋਈ ਹੋਣੀ ਹੈ, ਜਾਂ ਤੁਸੀਂ ਉਸ ਵਕਤ ਬਿਮਾਰ ਸੀ ਜਾਂ ਜਿਹੜਾ ਜ਼ਖਮੀ ਸੀ, ਉਸ ਵਕਤ ਕੀ ਮਹਿਸੂਸ ਹੁੰਦਾ ਜੀ? ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ। ਇੱਕ ਤਾਂ ਆਪਣੀ ਚਲੋ ਜਾਨ ਬਚ ਗਈ, ਜਿੰਦਾ ਹਾਂ ਆਪਾਂ, ਫਿਰ ਇੱਕ ਅਵਾਰਡ ਮਿਲ ਰਿਹਾ, ਬਹੁਤ ਵਧੀਆ ਲੱਗਦਾ ਹੈ। ਫਿਰ ਹੁਣ ਇਹ ਜਿਹੜਾ ਵੀ 9 ਦੇ ਵਿੱਚ ਮੈਂ ਰਿਟਾਇਰਮੈਂਟ ਆਇਆ, 10 'ਚ ਮੈਂ ਪੁਲਿਸ ਜੁਆਇਨ ਕਰੀ, ਉਸ ਟਾਈਮ ਮੈਨੂੰ ਕੋਈ ਬੈਨੀਫਿਟ ਨਹੀਂ ਮਿਲਿਆ। ਇਹ 19 ਦੇ ਵਿੱਚ ਇਹ ਕੈਪਟਨ ਸਾਹਿਬ ਖੁਦ ਆਰਮੀ ਅਫਸਰ ਸੀਗੇ, ਇਹਨਾਂ ਦੀ ਨੌਲੇਜ 'ਚ ਆਇਆ, ਕੁਛ ਮੀਡੀਆ, ਕੁਛ ਇਹ ਬਾਜਵਾ ਸਾਹਿਬ ਨੇ ਕੋਸ਼ਿਸ਼ ਕੀਤੀ, ਬ੍ਰਿਗੇਡੀਅਰ, ਇਹਨਾਂ ਦੇ ਬਦੌਲਤ ਜੋ ਮੈਨੂੰ ਮਿਲਿਆ ਠੀਕ ਹੈ। ਬਾਕੀ ਇੱਕ ਜਿਵੇਂ ਸਾਡੇ ਬੱਚੇ ਡਬਲ ਪੋਸਟ ਗ੍ਰੈਜੂਏਸ਼ਨ ਡਬਲ MA ਕਰੀ ਹੋਈ ਆ, ਉਹਦਾ ਵੀ ਸ਼ੌਂਕ ਸੀਗਾ ਆਰਮੀ ਅਫਸਰ ਬਣਨ ਦਾ,
ਲੇਕਿਨ ਚਲੋ ਕਿਸੇ ਕਾਰਨ ਉਹ ਮੈਰਿਟ 'ਚ ਨਹੀਂ ਆਇਆ। ਪੰਜਾਬ ਗਵਰਨਮੈਂਟ ਦੀ ਇੱਕ ਪਾਲਿਸੀ ਹੈ ਜੀ, ਹੋਨਰ ਐਂਡ ਗ੍ਰੈਟੀਟਿਊਡ, ਉਹਦੇ ਵਿੱਚ ਅਵਾਰਡ ਹੋਲਡਰ ਬੱਚਿਆਂ ਨੂੰ ਦਿੰਦੇ ਨੇ ਜੋਬ। ਚਲੋ ਕੁਛ ਕੁ ਇਹਨਾਂ ਦੀਆਂ ਉਹ ਵੀ ਨੇ ਪੁਆਇੰਟ ਇਹੋ ਜਿਹੇ ਨੇ ਵੀ ਸ਼ਹੀਦ ਵੀ ਹੋਣਾ ਚਾਹੀਦਾ ਜੀ, ਤੁਸੀਂ ਸ਼ਹੀਦ ਹੁੰਦੇ ਤਾਂ ਤੁਹਾਡੇ ਬੱਚੇ ਨੂੰ ਜੋਬ ਮਿਲਣਾ ਸੀ, ਅਵਾਰਡ ਵੀ ਹੋਲਡਰ ਹੋਣੇ ਚਾਹੀਦੇ, ਸ਼ਹੀਦ ਵੀ ਹੋਣੇ ਚਾਹੀਦੇ, ਜਿਹਦੇ ਕਾਰਨ ਬੱਚੇ ਨੂੰ ਅਜੇ ਤੱਕ ਕੋਈ ਜੋਬ ਨਹੀਂ ਮਿਲਿਆ ਜੋ ਕਿ ਮਿਲਣਾ ਚਾਹੀਦਾ ਸੀਗਾ। ਮਤਲਬ ਇਹ ਹੈ ਕਿ ਐਡਾ ਵੱਡਾ ਬਲੀਦਾਨ, ਐਡੀ ਵੱਡੀ ਬਹਾਦਰੀ ਦਿਖਾ ਕੇ ਜਦੋਂ ਬੰਦਾ ਵਾਪਸ ਆਉਂਦਾ, ਪੂਰਾ ਦੇਸ਼ ਉਸ ਵਿਅਕਤੀ ਤੇ ਮਾਣ ਕਰ ਰਿਹਾ ਹੁੰਦਾ, ਰਾਸ਼ਟਰਪਤੀ ਜੀ ਵੱਲੋਂ ਉਹਨਾਂ ਨੂੰ ਅਵਾਰਡ ਦਿੱਤਾ ਜਾਂਦਾ, ਉਸ ਤੋਂ ਬਾਅਦ ਵੀ ਕਿਤੇ ਨਾ ਕਿਤੇ ਬੇਕਦਰੀ ਦਾ ਸ਼ਿਕਾਰ ਹੋਣਾ ਪੈਂਦਾ, ਕਿਉਂਕਿ ਪੰਜਾਬ ਪੁਲਿਸ ਦੇ ਵਿੱਚ ਇਹਨਾਂ ਨੂੰ ਕਾਂਸਟੇਬਲ ਦੀ ਜੌਬ ਦਿੱਤੀ ਜਾਂਦੀ ਹੈ, ਉਹ ਵੀ ਟ੍ਰੈਫਿਕ ਦੇ ਜਿਹੜਾ ਹੈ ਉਹਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਦੀ ਜੋਬ। ਜਦਕਿ ਇੱਕ ਵਿਅਕਤੀ ਨੇ ਜਦੋਂ ਦੇਸ਼ ਦੇ ਲਈ ਆਪਣੀ ਜਾਨ ਦੀ ਬਾਜੀ ਲਗਾ ਦਿੱਤੀ ਸੀ ਔਰ ਦੇਸ਼ ਨੂੰ ਮਾਨ ਸਨਮਾਨ ਦਿਲਵਾਇਆ, ਜਿਤਵਾਇਆ, ਉਸ ਤੋਂ ਬਾਅਦ ਰਾਸ਼ਟਰਪਤੀ ਜੋ ਕਿ ਮੰਨਨੇ ਹੈ ਦੇਸ਼ ਦੇ ਰਾਸ਼ਟਰਪਤੀ, ਉਹਨਾਂ ਵੱਲੋਂ ਵੀਰ ਚੱਕਰ ਦਿੱਤਾ ਜਾ ਰਿਹਾ, ਉਸ ਤੋਂ ਬਾਅਦ ਵੀ ਇਸ ਤਰ੍ਹਾਂ ਕਿਉਂ ਕੀਤਾ ਜਾ ਰਿਹਾ? ਇਹ ਬੜਾ ਵੱਡਾ ਸਵਾਲੀਆ ਨਿਸ਼ਾਨ ਹੈ। ਫਿਰ ਅੱਜ ਵੀ ਇਹ ਇਸ ਗੱਲ ਦੀ ਮੰਗ ਕਰਦੇ ਹੈ ਕਿ ਮੇਰੇ ਬੱਚੇ ਨੂੰ, ਜੋ ਕਿ ਕਾਬਿਲ ਹੈ, ਪੜ੍ਹਿਆ ਲਿਖਿਆ, ਔਰ ਉਸ ਦਾ ਸੁਪਨਾ ਸੀ ਕਿ ਮੈਂ ਵੀ ਆਪਣੇ ਪਿਤਾ ਵਾਂਗ ਆਰਮੀ ਦੇ ਵਿੱਚ ਜਾ ਕੇ ਦੇਸ਼ ਦੀ ਸੇਵਾ ਨਿਭਾਵਾਂ, ਉਸ ਨੂੰ ਕਿਉਂ ਨਹੀਂ ਨੌਕਰੀ ਮਿਲਦੀ? ਇਹ ਵੀ ਬੜਾ ਵੱਡਾ ਸਵਾਲੀਆ ਨਿਸ਼ਾਨ ਹੈ। ਸੋ ਇਹਨਾਂ ਚੀਜ਼ਾਂ ਦੇ ਨਾਲ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਮਾਯੂਸੀ ਦਾ ਮਾਹੌਲ ਬਣਦਾ। ਜਿਹੜੇ ਲੋਕ ਤਿਆਰ ਹੁੰਦੇ ਆ ਆਪਣੇ ਦੇਸ਼ ਲਈ ਜਾਨ ਵਾਰਨ ਲਈ, ਜਾਂ ਤਿਆਰ ਹੋ ਕੇ ਪਹੁੰਚਦੇ ਆ ਬਾਰਡਰਾਂ ਦੇ ਉੱਤੇ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਨਾਮੋਸ਼ੀ ਦੇਖਣ ਨੂੰ ਮਿਲਦੀ ਹੈ। ਫਿਰ ਤੁਹਾਨੂੰ ਕਿਸ ਤਰ੍ਹਾਂ ਜੀ ਪੰਜਾਬ ਪੁਲਿਸ ਦੇ ਵਿੱਚ ਜੌਬ ਮਿਲੀ, ਜਾਂ ਉਸ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਸੇਵਾਵਾਂ ਨਿਭਾਉਣੀਆਂ ਸ਼ੁਰੂ ਕੀਤੀਆਂ? ਫਿਰ ਰੈਂਕ ਕਦੋਂ ਵਧਿਆ ਜੀ? 10 ਦੇ ਵਿੱਚ ਮੈਂ ਐਜ ਏ ਕਾਂਸਟੇਬਲ ਭਰਤੀ ਹੋਇਆ ਜੀ। 19 ਤੱਕ ਮੈਂ ਕਾਂਸਟੇਬਲ ਸੀਗਾ ਵੀ, ਜਦੋਂ ਕਿ 19 ਚ ਸੀਐਮ ਸਾਹਿਬ ਨੇ ਡਾਇਰੈਕਟ ASI ਦੁਆਰਾ ਜੁਆਇਨਿੰਗ ਕਰਾਈ ਮੇਰੀ। ਇਹਨਾਂ ਦੀ ਨੌਲੇਜ ਆਇਆ, ਕੁਝ ਮੀਡੀਆ ਨੇ ਚੱਕਿਆ, ਥੈਂਕ ਯੂ ਕਰਦਾ ਮੈਂ ਮੀਡੀਆ ਦਾ, ਬਹੁਤ ਧੰਨਵਾਦ ਮੀਡੀਆ ਦੀ ਵਜ੍ਹਾ ਨਾਲ। ਕੁਛ ਇਹ ਆਰਮੀ ਅਫਸਰ ਸੀਗੇ ਸੀਐਮ ਸਾਹਿਬ, ਇਹਨਾਂ ਦੀ ਨੌਲੇਜ ਆ ਗਿਆ, ਤਾਂ ਕੁਛ ਬ੍ਰਿਗੇਡੀਅਰ MPS ਬਾਜਵਾ ਨੇ ਵੀ ਬਹੁਤ ਸਾਡੀ ਹੈਲਪ ਕਰੀ, ਕੋਸ਼ਿਸ਼ ਕੀਤੀ। ਮਤਲਬ ਸਰਕਾਰ ਤਾਂ ਭੁੱਲ ਹੀ ਜਾਂਦੀ ਹੈ ਜਦੋਂ ਮੀਡੀਆ ਲੋਕਾਂ ਨੇ ਦੇਖਿਆ ਕਿ ਇੱਕ ਵਿਅਕਤੀ ਜਿਸ ਨੇ ਜਾਨ ਤਲੀ ਤੇ ਰੱਖ ਕੇ ਦੇਸ਼ ਦੀ ਇੱਜ਼ਤ ਬਚਾਈ ਔਰ ਜਿਸ ਨੂੰ ਰਾਸ਼ਟਰਪਤੀ ਵੱਲੋਂ ਸਨਮਾਨ ਦਿੱਤਾ ਗਿਆ, ਉਹ ਵਿਅਕਤੀ ਅੱਜ ਸੜਕਾਂ ਦੇ ਉੱਤੇ ਲੋਕਾਂ ਨੂੰ ਇੱਧਰ ਉੱਧਰ ਜਾਣ ਦੀਆਂ ਜਿਹੜੀਆਂ ਹੈ ਹਦਾਇਤਾਂ ਦੇ ਰਿਹਾ। ਮੀਡੀਆ ਵੱਲੋਂ ਇਸ ਖਬਰ ਨੂੰ ਨਸ਼ਰ ਕੀਤਾ ਗਿਆ ਔਰ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਜਦੋਂ ਇਹ ਗੱਲ ਪਹੁੰਚੀ, ਤੇ ਕਿਉਂਕਿ ਉਹ ਵੀ ਬੈਕਗਰਾਉਂਡ ਆਰਮੀ ਤੋਂ ਹੈ, ਉਹ ਆਰਮੀ ਦਾ ਦੁੱਖ ਤੇ ਸ਼ੌर्य ਬਾਰੇ ਸਮਝ ਸਕਦੇ ਸੀ, ਉਹਨਾਂ ਨੇ ਤੁਰੰਤ ਬੁਲਾ ਕੇ ਇਹਨਾਂ ਨੂੰ ਫਿਰ ASI ਵੱਲੋਂ ਪ੍ਰਮੋਟ ਕਰ ਦਿੱਤਾ ਗਿਆ। ਉਸ ਵਕਤ ਕਿਤੇ ਨਾ ਕਿਤੇ ਇਹਨਾਂ ਨੂੰ ਲੱਗਿਆ ਹੋਣਾ ਵੀ ਜਿਹੜਾ ਮੈਂ ਅੱਜ ਤੋਂ ਇੰਨੇ ਸਾਲ ਪਹਿਲਾਂ ਆਪਣੇ ਦੇਸ਼ ਲਈ ਕੋਈ ਬਲੀਦਾਨ ਦਿੱਤਾ ਸੀ, ਉਸ ਦਾ ਮੁੱਲ ਪਿਆ। ਤੁਹਾਨੂੰ ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਲਿਖੀ ਹੋਈ ਬੁੱਕ ਦੇ ਵਿੱਚ ਵੀ ਇਹਨਾਂ ਦਾ ਜ਼ਿਕਰ ਕੀਤਾ ਗਿਆ, ਇਹਨਾਂ ਦੀ ਫੋਟੋ ਲੱਗੀ ਹੋਈ ਹੈ। ਉਸ ਬੁੱਕ ਬਾਰੇ ਵੀ ਥੋੜਾ ਜਿਹਾ ਡਿਟੇਲ 'ਚ ਦੱਸੋ। ਜਦੋਂ ਮੇਰੇ ਰੈਂਕ ਸੀਐਮ ਸਾਹਿਬ ਨੇ ਲਾਇਆ, ਉਹਨਾਂ ਨੇ ਮੈਨੂੰ ਇਹੀ ਕਿਹਾ ਵੀ ਕਾਕਾ ਮੇਰੀ ਨੌਲੇਜ ਵਿੱਚ ਸੀਗੇ ਇਹ ਬੁੱਕ ਜਿਹੜੀ ਮੈਂ ਲਿਖੀ ਹੈ, ਤੁਹਾਡੇ ਹਿਸਟਰੀ ਲਿਖੀ ਹੋਈ ਹੈ ਯੂਨਿਟ ਦੀ, ਔਰ ਇਹਦੇ ਵਿੱਚ ਤੁਹਾਡੀ ਫੋਟੋ ਵੀ ਲਾਈ ਹੋਈ ਆ, ਪਰ ਉਹਨਾਂ ਨੂੰ ਐ ਸੀਗਾ ਵੀ ਜੇ ਸ਼ਾਇਦ ਆਰਮੀ 'ਚ ਹੀ ਹੋਣੇ ਆ ਜਾਂ ਪੁਲਿਸ, ਕਹਿੰਦੇ ਵੀ ਮੈਨੂੰ ਨਹੀਂ ਸੀ ਪਤਾ ਵੀ ਪੁਲਿਸ ਜੁਆਇਨ ਕਰ ਲਈ ਹੈ। ਵੀ ਬਹੁਤ ਖੁਸ਼ੀ ਹੋਈ, ਕਹਿੰਦਾ ਕਾਕਾ ਤੈਨੂੰ ਮਿਲ ਕੇ। ਮੈਂ ਕਿਹਾ ਜੀ ਥੈਂਕ ਯੂ। ਮਤਲਬ ਦੇਸ਼ ਭਗਤੀ ਦੀ ਭਾਵਨਾ ਔਰ ਦੇਸ਼ ਦੀ ਸੇਵਾ ਦੀ ਭਾਵਨਾ ਹਮੇਸ਼ਾ ਹੀ ਆਰਮੀ ਵਾਲਿਆਂ ਵਿੱਚ ਕੁੱਟ-ਕੁੱਟ ਕੇ ਭਰੀ ਹੁੰਦੀ ਹੈ। ਜਦੋਂ ਵਾਪਸ ਆ ਗਏ ਰਿਟਾਇਰ ਹੋ ਕੇ, ਉਸ ਤੋਂ ਬਾਅਦ ਵੀ ਪੁਲਿਸ ਦੇ ਵਿੱਚ ਹੀ ਜਿਹੜੀ ਹੈ ਪੋਸਟਿੰਗ ਕੀਤੀ, ਉਸ ਦੇ ਵਿੱਚ ਜੌਬ ਟਰਾਈ ਕੀਤੀ। ਸਰ ਇੱਕ ਵਾਰ ਦਰਸ਼ਨ ਜ਼ਰੂਰ ਕਰਾਂਗੇ ਵੀਰ ਚੱਕਰ ਦੇ ਜੋ ਕਿ ਤੁਹਾਨੂੰ ਮਿਲਿਆ, ਔਰ ਬਹੁਤ ਵੱਡੇ ਮਾਣ ਦੀ ਗੱਲ ਹੁੰਦੀ ਹੈ ਕਿ ਹਰ ਕਿਸੇ ਨੂੰ ਇਸੇ ਤਰ੍ਹਾਂ ਨਹੀਂ ਮਿਲ ਜਾਂਦਾ ਇਹ ਵੀਰ ਚੱਕਰ। ਬੜੀਆਂ ਘਾਲਣੀਆਂ ਪੈਂਦੀਆਂ, ਬੜੇ ਤਿਆਗ ਕਰਨੇ ਪੈਂਦੇ ਆ। ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਨੂੰ ਦੇਖਦੇ ਹੀ ਜਿਹੜੀ ਛਾਤੀ ਹੈ ਉਹ ਫੁੱਲ ਜਾਂਦੀ ਹੈ, ਕਿਉਂਕਿ ਬੜਾ ਮੁਸ਼ਕਲ ਹੁੰਦਾ ਇੱਥੇ ਤੱਕ ਪਹੁੰਚਣਾ, ਔਰ ਬੜੀ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਦੇਸ਼ ਦੇ ਰਾਸ਼ਟਰਪਤੀ ਬੁਲਾ ਕੇ ਕਿਸੇ ਨੂੰ ਵੀਰ ਚੱਕਰ ਦੇ ਨਾਲ ਸਨਮਾਨਿਤ ਕਰਦੇ ਆ। ਸਰ ਇੱਕ ਆਰਮੀ ਮੈਨ ਦੇ ਲਈ ਵੀਰ ਚੱਕਰ ਲੈਣਾ ਕਿੱਡੀ ਵੱਡੀ ਗੱਲ ਹੁੰਦੀ ਹੈ ਜੀ? ਅਵਾਰਡ ਤਾਂ ਕੋਈ ਵੀ ਬਹਾਦਰੀ ਅਵਾਰਡ ਤਾਂ ਅਵਾਰਡ ਹੁੰਦਾ ਹੈ। ਬਹੁਤ ਇੱਕ ਸੈਨਿਕ ਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਇਹੋ ਜਿਹਾ ਕੰਮ ਕੀਤਾ, ਵਧੀਆ ਕੰਮ ਕਰਨ ਦੇ ਬਾਵਜੂਦ ਹੀ ਅਵਾਰਡ ਮਿਲਿਆ ਹੈ। ਉਹਨੂੰ ਬਹੁਤ ਫਖਰ ਹੁੰਦਾ ਹੈ ਵੀ ਦੇਸ਼ ਵੱਲੋਂ ਮੈਨੂੰ ਸਨਮਾਨਿਤ ਕੀਤਾ ਗਿਆ। ਥੈਂਕ ਯੂ ਜੀ। ਤੇ ਜੇਕਰ ਬੱਚੇ ਜਿਸ ਤਰ੍ਹਾਂ ਕਿ ਤੁਸੀਂ ਕਹਿੰਦੇ ਮੈਂ ਆਪਣੇ ਬੇਟੇ ਨੂੰ ਵੀ ਆਰਮੀ ਦੇ ਵਿੱਚ ਭੇਜਣਾ ਚਾਹੁੰਦਾ ਸੀ, ਉਹਨੇ ਕੁਆਲੀਫਾਈਡ ਵੀ ਪੜ੍ਹੇ ਵੀ ਉਹ, ਪਰ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ, ਫਿਰ ਕੀ ਮਹਿਸੂਸ ਹੁੰਦਾ ਜੀ? ਫਿਰ ਬੜਾ ਮਾਯੂਸੀ ਜੀ ਹੁੰਦੀ ਆ। ਬੇਟੇ ਦੀ ਚੁਆਇਸ ਸੀਗੀ ਵੀ ਆਰਮੀ ਅਫਸਰ ਜੁਆਇਨ ਕਰੂੰਗਾ ਮੈਂ, ਵਧੀਆ ਉਹਨਾਂ NCC ਸਰਟੀਫਿਕੇਟ ਔਰ ਇੰਟਰਵਿਊ ਵੀ ਦਿੱਤੀ, ਬਹੁਤ ਵਧੀਆ ਇੰਟਰਵਿਊ ਹੋਈ ਉਹਦੀ। ਕਿਤੇ ਮੈਟ ਦੇ ਵਿੱਚ ਉਹ ਨਹੀਂ ਲਿਆਂਦੇ ਗਏ, ਉਹਨਾਂ ਨੂੰ ਮੈਟ ਦੇ ਵਿੱਚੋਂ ਵਾਂਝਾ ਰੱਖਿਆ ਗਿਆ ਕਿ ਬਹੁਤ ਉਹਨਾਂ ਨੂੰ, ਮੈਨੂੰ ਵੀ ਦੁੱਖ ਹੋਇਆ, ਬੇਟੇ ਨੂੰ ਵੀ ਬਹੁਤ ਦੁੱਖ ਹੋਇਆ। ਹੁਣ ਦੇਖੋ ਹੁਣ ਜੋ ਕਿਸਮਤ 'ਚ ਹੋਊਗਾ ਉਹ।
ਮਤਲਬ ਅੱਜ ਵੀ ਤੁਸੀਂ ਸਰਕਾਰ ਤੋਂ ਜਾਂ ਇੰਡੀਅਨ ਆਰਮੀ ਤੋਂ ਅਪੀਲ ਕਰਦੇ ਹੋ ਕਿ ਉਹਨਾਂ ਨੂੰ, ਤੁਹਾਡੇ ਬੇਟੇ ਨੂੰ ਵੀ ਤੁਹਾਡਾ ਸੁਪਨਾ ਪੂਰਾ ਕਰਨ ਦੇ ਲਈ ਹੀ ਆਰਮੀ ਦੇ ਵਿੱਚ ਜਾਣਾ ਚਾਹੀਦਾ? ਹਾਂ ਚਲੋ, ਆਰਮੀ ਨਹੀਂ ਤਾਂ ਹੁਣ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਵੀ ਕੋਈ ਉਹਨਾਂ ਵਾਸਤੇ ਕੋਈ ਉਪਰਾਲਾ ਕਰਨਾ ਚਾਹੀਦਾ ਵੀ ਜੋ ਅਵਾਰਡ ਹੋਲਡਰ ਆ ਕਾਰਗਿਲ ਦੇ ਵਿੱਚ ਆਪਣੇ ਇੰਡੀਅਨ ਆਰਮੀ 'ਚ ਇੰਨਾ ਜੱਦੋ ਜਹਿਦ ਕਰਦੇ ਨੇ, ਲੜਾਈ ਲੜਦੇ ਨੇ, ਉਹਨਾਂ ਦੇ ਬੱਚਿਆਂ ਲਈ ਕੋਈ ਸੋਚਣਾ ਚਾਹੀਦਾ। ਪੰਜਾਬ ਗਵਰਨਮੈਂਟ ਦਾ ਮੈਂ ਬਹੁਤ ਧੰਨਵਾਦੀ ਹਾਂ। ਥੈਂਕ ਯੂ ਜੀ। ਜਿਵੇਂ ਹੁਣ ਸਰਕਾਰ ਵੱਲੋਂ ਇੱਕ ਵੱਡਾ ਕਦਮ ਚੱਕਿਆ ਗਿਆ ਕਿ ਜਿਹੜਾ ਵਿਅਕਤੀ, ਹੁਣ ਜਿਵੇਂ ਆਪਣੇ ਪਟਿਆਲਾ ਦੇ ਲਾ ਲਈਏ ਅਸੀਂ, 3 ਜਵਾਨ ਸਾਡੇ ਸ਼ਹੀਦ ਹੋਏ ਤੇ ਉਹਨਾਂ ਵਾਸਤੇ ਕਿਹਾ ਗਿਆ ਕਿ 50 ਲੱਖ ਰੁਪਏ ਦਿੱਤਾ ਜਾਊਗਾ, ਸਕੂਲ ਦਾ ਨਾਮ ਚੇਂਜ ਕੀਤਾ ਜਾਊਗਾ, ਗੇਟ ਦਾ ਕੋਈ ਯਾਦਗਾਰੀ, ਔਰ ਇਸ ਤੋਂ ਇਲਾਵਾ ਇੱਕ ਸਰਕਾਰੀ ਜੌਬ ਦੀ ਗੱਲ ਕੀਤੀ ਹੈ। ਇਹ ਉਸ ਵਕਤ ਨਹੀਂ ਸੀਗੇ, ਹੁਣ ਹੈਗੇ ਆ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਦਾ ਵਧੀਆ ਕੰਮ ਹੈ? ਜੀ ਬਹੁਤ ਵਧੀਆ। ਉਸ ਟਾਈਮ ਨਹੀਂ ਸੀ, ਇੰਨਾ ਕੁਝ ਨਹੀਂ ਸੀ। ਚਲੋ ਜਿਹੜਾ ਉਪਰਾਲਾ ਸਰਕਾਰ ਕਰ ਰਹੀ ਹੈ ਬਹੁਤ ਵਧੀਆ ਹੈ। ਉਸ ਟਾਈਮ ਗੈਸ ਏਜੰਸੀ ਪੰਪ, ਅਗਰ ਕੋਈ ਇਹੋ ਜਿਹਾ ਵੀ ਨਾਲ ਇਹਨਾਂ ਦਾ ਸਾਈਡ ਕੰਮ ਵੀ ਹੋ ਜੇ, ਚਲੋ ਸਾਈਡ ਵਰਕ, ਤਾਂ ਪਰਿਵਾਰ ਦਾ ਵਧੀਆ ਗੁਜ਼ਾਰਾ ਚੱਲੀ ਜਾਂਦਾ। ਮਤਲਬ ਕਿ ਬਿਜੀ ਹੋ ਜਾਂਦਾ ਪਰਿਵਾਰ ਨੂੰ, ਜਾਂ ਕੋਈ ਘੱਟ ਧਿਆਨ ਰਹਿੰਦਾ ਵੀ ਆਹ ਸਾਡਾ ਸ਼ਹੀਦ ਹੋਇਆ ਸੀਗਾ ਜਾਂ ਡੈਥ ਹੋਈ ਸੀਗੀ, ਬਿਜੀ ਹੋ ਜਾਂਦਾ ਪਰਿਵਾਰ। ਕੋਈ ਗੈਸ ਏਜੰਸੀ, ਪੈਟਰੋਲ ਪੰਪ ਸਰਕਾਰ ਵੱਲੋਂ ਮਿਲ ਜੇ ਤਾਂ ਇਹਨਾਂ ਨੂੰ ਬਹੁਤ ਵਧੀਆ। ਸ਼ਹੀਦ ਨੂੰ, ਇਹਦੇ ਪਰਿਵਾਰ ਨੂੰ ਖੁਸ਼ੀ ਹੁੰਦੀ ਆ ਵੀ ਸਾਡਾ ਸਰਕਾਰ ਨੇ ਕੋਈ ਸਾਥ ਦਿੱਤਾ ਜਾਂ ਸਾਡੇ ਬਾਰੇ ਸੋਚਿਆ। ਇਸ ਕਰਕੇ ਨੌਜਵਾਨ ਵੀ ਫਿਰ ਵਧੀਆ ਪਸੰਦ ਕਰਦੇ ਨੇ ਆਰਮੀ ਜੁਆਇਨ ਕਰਨੀ। ਅੱਜ ਕੱਲ੍ਹ ਦੇ ਯੰਗ ਬੱਚਿਆਂ ਵਾਸਤੇ ਬਹੁਤ ਸੌਖੀ ਹੈ, ਕੋਈ ਇੰਨੀ ਸਟਰਗਲ ਕਰਨ ਦੀ ਲੋੜ ਨਹੀਂ, ਪਰ ਥੋੜ੍ਹੀ ਜਿਹੀ ਮਿਹਨਤ ਦੀ ਲੋੜ ਹੈ। ਇੰਟਰਸਟ ਰੱਖੇ ਤਾਂ ਬੱਚਾ ਸਿੱਧਾ ਜੁਆਇਨ ਕਰ ਸਕਦਾ। ਬਹੁਤ ਵਧੀਆ ਜੋਬ ਹੈ ਇਹ, ਬਹੁਤ ਵਧੀਆ। ਫਿਜ਼ੀਕਲ ਫਿੱਟ ਰਹਿੰਦਾ ਬੰਦਾ। ਜੇ ਬੱਚਿਆਂ ਨੂੰ, ਮੇਰੇ ਯੰਗ ਯੂਥ ਨੂੰ ਇਹੀ ਮੇਰੀ ਰਿਕੁਐਸਟ ਆ ਵੀ ਆਪਣੀ ਆਰਮੀ ਜੁਆਇਨ ਕਰੋ। ਫਿਜ਼ੀਕਲ ਫਿੱਟ ਰਹੋਗੇ, ਬਿਮਾਰੀਆਂ ਤੋਂ ਦੂਰ ਰਹੋਗੇ, ਨਸ਼ੇ ਪੱਤੇ ਤੋਂ ਦੂਰ ਰਹੋਗੇ। ਧੰਨਵਾਦ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਹੁਣ ਸੁਣ ਰਹੇ ਸੀ ਦੇਸ਼ ਦੇ ਅਸਲ ਹੀਰੋ ਦੇ ਮੂੰਹ ਤੋਂ ਗੱਲਾਂ, ਕਿਉਂਕਿ ਉਹਨਾਂ ਨੇ ਦੇਸ਼ ਦੇ ਲਈ ਆਪਣੀ ਜਾਨ ਤੱਕ ਦੀ ਬਾਜੀ ਲਾ ਦਿੱਤੀ ਸੀ। ਆਪਣੇ ਭਰਾਵਾਂ ਲਈ, ਆਪਣੇ ਸਾਥੀਆਂ ਲਈ ਉਹ ਖੁਦ ਜਿਹੜਾ ਹੈ ਲੜੇ। ਕਾਰਗਿਲ ਦੇ ਅੱਜ ਵੀ ਯਾਦ ਕੀਤਾ ਜਾਂਦਾ, 21 ਸਾਲ ਹੋ ਗਏ, ਫਿਰ ਵੀ ਕਾਰਗਿਲ ਨੂੰ ਹਰ ਰੋਜ਼ ਯਾਦ ਕੀਤਾ ਜਾਂਦਾ। ਔਰ ਮੈਨੂੰ ਲੱਗਦਾ ਇਹਨਾਂ ਨੂੰ ਤਾਂ ਹਰ ਰੋਜ਼ ਦੀ ਤਰ੍ਹਾਂ ਹੀ ਯਾਦ ਆਉਂਦਾ ਹੋਊਗਾ। ਲੋਕ 1 ਸਾਲ ਬਾਅਦ ਯਾਦ ਕਰਦੇ ਆ, ਪਰ ਇਹ ਹਰ ਰੋਜ਼ ਯਾਦ ਕਰਦੇ ਹੋਣੇ, ਕਿਉਂਕਿ ਐਡਾ ਵੱਡਾ ਮੰਜ਼ਰ ਜੇਕਰ ਕੋਈ ਦੇਖ ਹੀ ਲਵੇ ਉਸ ਤੋਂ ਨਹੀਂ ਭੁੱਲਿਆ ਜਾਂਦਾ। ਫਿਰ ਇਹਨਾਂ ਨੇ ਤਾਂ ਹੱਡੀ ਹੰਡਾਇਆ ਹੋਇਆ। ਸੋ ਅਸੀਂ ਵੀ ਸਲਾਮ ਕਰਦੇ ਹਾਂ ਐਸੇ ਯੋਧਿਆਂ ਨੂੰ ਜਿਨ੍ਹਾਂ ਨੇ ਆਪਣੇ ਦੇਸ਼ ਦੇ ਲਈ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕੀਤੀ ਤੇ ਆਪਣਾ ਸਭ ਕੁਝ ਨਿਛਾਵਰ ਕਰਨ ਤੱਕ ਚਲੇ ਜਾਂਦੇ ਆ। ਸੋ ਇੰਨਾ ਹੀ ਕਹਿੰਦੇ ਹੋਏ ਕੈਮਰਾਮੈਨ ਲਵੀਸ਼ ਦੇ ਨਾਲ ਅਨੁਰਾਗ ਸ਼ਰਮਾ, ਡੇਲੀ ਪੋਸਟ ਪੰਜਾਬੀ ਲਈ, ਪਟਿਆਲਾ ਤੋਂ।